हाँ जी, सत श्री अकाल जी सारिਆਂ ਨੂੰ। ਸਾਡੇ अगले क्वेश्चन हैगे ने जी 1 ਤੋਂ 30 ਆਪਾਂ कर ਲਏ ਸੀਗੇ, ਅੱਗੇ 31 ਤੋਂ ਲੈ ਕੇ ਦੇਖਦੇ ਹਾਂ जी। प्रश्न नंबर 31 जी, मटक हुलारे पुस्तक की भूमिका किसने लिखी सीगी? प्रोफैसर पूर्ण सिंह ने। प्रश्न नंबर 32, पंजाबी किवें लिखीए पुस्तक का लेखक कौन है? ऑप्शन सी प्रिंसीपल तेजा सिंह। प्रश्न नंबर 33 सत्यारत पुस्तक पहली बार कदों प्रकाशित हुई? 1957 ਦੇ ਵਿੱਚ। ਇਹ ਸੰਤ ਸਿੰਘ ਸੇਖੋਂ जी की पुस्तक ਸੀਗੀ। प्रश्न नंबर 34 जी, स्वर्ण चंदन की गल्प चेतना पुस्तक का लेखक? स्वर्ण चंदन की गल्प चेतना हरभजन सिंह भाटिया। प्रश्न नंबर 35 जी, खोज पत्रिका खोज रसाला कित्थों छपदा है? पंजाबी यूनीवर्सिटी पटियाला तो। ਜਿਹੜੇ प्रश्न ਅਸੀਂ ਪਹਿਲੀ ਵਾਰੀ ਪੜ੍ਹੇ ਨੇ ਉਹਨਾਂ ਨੂੰ ਨੋਟ ਕਰ ਲਿਆ ਕਰੋ ਵੀ। ਹਾਂਜੀ, ਅਗਲਾ ਪ੍ਰਸ਼ਨ, ਹੁਣ ਮੈਗਜ਼ੀਨ ਦਾ ਸੰਪਾਦਕ ਕੌਣ ਹੈ? ਹੁਣ ਮੈਗਜ਼ੀਨ ਦਾ ਸੰਪਾਦਕ ਸੁਸ਼ੀਲ ਦੁਸਾਂਝ ਹੈ। ਮੈਂ ਇਸ ਅਸਲ 'ਚ ਨਾ ਇਕੱਠੇ ਸੀਗੇ, ਅਵਤਾਰ ਜੰਡਿਆਲਵੀ ਅਤੇ ਦੋਨੇ ਇਕੱਠੇ ਸੀਗੇ ਸੰਪਾਦਕ। ਬਾਅਦ ਵਿੱਚ ਅਵਤਾਰ ਜੰਡਿਆਲਵੀ ਦੀ ਜਿਹੜੀ ਮੌਤ ਹੋ ਗਈ ਸੀ ਅਤੇ ਸੁਸ਼ੀਲ ਦੁਸਾਂਝ ਜਿਹੜੇ ਨੇ ਮਤਲਬ ਉਹ ਇਹਨਾਂ ਦੇ ਮਤਲਬ ਸੰਪਾਦਕ ਹੈਗੇ ਨੇ। ਅਗਲਾ ਪ੍ਰਸ਼ਨ ਵੈਰੀ ਇੰਪੋਰਟੈਂਟ ਵੀ, ਐਪਟਾ ਲਹਿਰ ਤੋਂ ਕੀ ਭਾਵ ਹੈ? ਠੀਕ ਹੈ ਜੀ, ਇੰਡੀਅਨ ਪੀਪਲ ਐਸੋਸੀਏਸ਼ਨ ਥੀਏਟਰਜ਼। ਠੀਕ ਹੈ ਜੀ, ਇਹਦਾ ਜਿਹੜਾ ਸਹੀ ਆਨਸਰ ਹੈਗਾ ਵਾ ਪੀਪਲਸ 4। ਠੀਕ ਹੈ ਜੀ। 38 ਮਾਰਕਸਿਜ਼ਮ ਐਂਡ ਲਿਟਰੇਰੀ ਕ੍ਰਿਟਿਸਿਜ਼ਮ ਪੁਸਤਕ ਦਾ ਕੌਣ ਹੈਗਾ ਵਾ ਰਾਈਟਰ? ਟੈਰੀ ਈਗਲਟਨ। ਪ੍ਰਸ਼ਨ ਨੰਬਰ 39 ਭਾਈ ਵੀਰ ਸਿੰਘ ਸਾਹਿਤ ਸਦਨ ਕਿੱਥੇ ਹੈ? ਨਵੀਂ ਦਿੱਲੀ ਵਿਖੇ। ਠੀਕ ਹੈ ਜੀ, ਨਵੀਂ ਦਿੱਲੀ ਪੁਰਾਣੀ ਦਿੱਲੀ ਮਤਲਬ ਨਵੀਂ ਦਿੱਲੀ ਵਿਖੇ ਬਣਿਆ ਹੋਇਆ। ਠੀਕ ਹੈ ਜੀ। ਇਹਨਾਂ ਨੇ ਇੱਕ ਮਤਲਬ ਦਾ ਪੁਸਤਕ ਜਿਹੜੀਆਂ ਅਣਛਪੀਆਂ ਕਵਿਤਾਵਾਂ ਸੀ ਉਹਨਾਂ ਦਾ ਭਾਈ ਦੀਵਾਨ ਨੇ ਭਾਈ ਵੀਰ ਸਿੰਘ ਨਾਂ ਹੇਠ ਮਤਲਬ ਕੀ ਹੈ ਕਵਿਤਾਵਾਂ ਉਹਦੀਆਂ ਅਣਛਪੀਆਂ ਛਪਵਾਈਆਂ ਸੀਗੀਆਂ ਇਸ ਸਦਨ ਨੇ। ਪ੍ਰਸ਼ਨ ਨੰਬਰ 40 ਜੀ, ਕਿਸ ਰਚਨਾ 'ਤੇ ਪੰਜਾਬੀ ਫਿਲਮ ਬਣੀ? ਅੰਨੇ ਘੋੜੇ ਦਾ ਦਾਨ 'ਤੇ। ਇਹ ਪ੍ਰਸ਼ਨ ਹੁਣ ਬਹੁਤ ਵਾਰੀ ਆ ਚੁੱਕੇ ਨੇ, ਇਹੋ ਜਿਹੇ ਪ੍ਰਸ਼ਨ ਬਹੁਤ ਘੱਟ ਆਉਣਗੇ ਵੀ, ਹੁਣ ਨਵੇਂ ਪ੍ਰਸ਼ਨ ਹੀ ਆਉਣਗੇ। ਹਾਂਜੀ, ਸਾਡਾ ਪ੍ਰਸ਼ਨ ਨੰਬਰ ਅੱਗੇ 41 ਜੀ, ਅੰਗਰੇਜ਼ੀ ਭਾਸ਼ਾ ਵਿੱਚੋਂ ਸ਼ਬਦ ਪੰਜਾਬੀ ਵਿੱਚ ਕਿਸ ਰੂਪ ਵਿੱਚ ਅਪਣਾਏ ਗਏ ਹਨ? ਤਤਸਮ ਰੂਪ ਵਿੱਚ ਅਤੇ ਤਦਭਵ ਰੂਪ ਵਿੱਚ। ਠੀਕ ਹੈ ਜੀ। ਤਤਸਮ ਕਈ ਵਾਰੀ ਜਿਵੇਂ ਹੌਸਪੀਟਲ ਹੋ ਗਿਆ ਹੈ ਨਾ, ਮਤਲਬ ਸਾਈਕਲ ਸ਼ਬਦ ਹੋ ਗਏ, ਮੋਟਰਸਾਈਕਲ ਹੋ ਗਿਆ, ਤਾਂ ਮਤਲਬ ਤਤਸਮ ਉਹਨਾਂ ਨੂੰ ਉਵੇਂ ਹੀ ਪੰਜਾਬੀ ਦੇ ਵਿੱਚ ਮਤਲਬ ਕੀ ਆ ਪ੍ਰਚਲਿਤ ਕਰ ਲਿਆ ਗਿਆ ਹੈ ਨਾ। ਪ੍ਰਸ਼ਨ ਨੰਬਰ 42 ਵੀ, ਭਾਸ਼ਾਈ ਧੁਨੀਆਂ ਨੂੰ ਕਿਹੜੇ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਖੰਡੀ ਅਤੇ ਅਖੰਡੀ। ਆਪਸ਼ਨ ਸੀ। ਪ੍ਰਸ਼ਨ ਨੰਬਰ 43 ਪੰਜਾਬੀ ਭਾਸ਼ਾ ਦਾ ਨਿਕਾਸ ਸੌਰ ਸੈਨੀ ਵਿੱਚੋਂ, ਬ੍ਰਹਮੀ ਨਹੀਂ ਠੀਕ ਆ ਲਾਉਣਾ ਗਾ, ਧਿਆਨ ਰੱਖਿਓ ਇਸ ਚੀਜ਼ ਦਾ। ਸੌਰ ਸੈਨੀ ਦੇ ਵਿੱਚੋਂ ਜਿਹੜਾ ਪੰਜਾਬੀ ਭਾਸ਼ਾ ਦਾ ਨਿਕਾਸ ਜਿਹੜਾ ਵਾ ਹੋਇਆ ਵਾ। 44 ਪੰਜਾਬੀ ਸ਼ਬਦ ਰੂਪ ਅਤੇ ਸ਼ਬਦ ਜੋੜ ਕੋਸ਼ ਹਰਕੀਰਤ ਸਿੰਘ ਜੀ। ਮਹਿੰਡਾ ਸ਼ਬਦ ਕਿਸ ਭਾਸ਼ਾ ਦਾ ਹੈ? ਮਹਿੰਡਾ ਸ਼ਬਦ ਮਾਝੀ ਉਪਭਾਸ਼ਾ ਦਾ ਸ਼ਬਦ ਹੈ। ਹਾਂਜੀ, ਸਾਡਾ ਪ੍ਰਸ਼ਨ ਨੰਬਰ 46 ਜੀ, ਅਰਥ ਪਰਿਵਰਤਨ ਦਾ ਮੁੱਖ ਕਾਰਨ ਕੀ ਹੈ? ਧਾਰਮਿਕ, ਸੱਭਿਆਚਾਰਕ, ਸਮਾਜਿਕ ਜਾਂ ਰਾਜਨੀਤਿਕ। ਇਹਦਾ ਆਨਸਰ ਹੈਗਾ ਵਾ ਏ ਸਮਾਜਿਕ। ਲਗਾਖਰ ਬਿੰਦੀ ਦੀ ਵਰਤੋਂ ਕਦੋਂ ਹੁੰਦੀ ਹੈ ਜਾਂ ਵਰਤੋਂ ਹੁੰਦੀ ਹੈ? ਦੀਰਘ ਸਵਰਾਂ ਦੇ ਨਾਲ। 6 ਦੇ ਨਾਲ ਮਤਲਬ ਕਿ ਬਿੰਦੀ ਲੱਗਦੀ ਹੈਗੀ ਆ। ਠੀਕ ਹੈ, ਅਤੇ 4 ਦੇ ਨਾਲ ਜਿਹੜੀ ਹੈਗੀ ਆ ਟਿੱਪੀ ਲੱਗਦੀ ਹੈਗੀ ਹੈ। ਇਹ ਯਾਦ ਰੱਖ ਲਿਓ ਬਈ। ਅਗਲਾ ਪ੍ਰਸ਼ਨ ਜੀ, ਇਸ ਵਾਰ ਵੀ ਆਇਆ ਸੀਗਾ, ਮੈਂ ਵੈਸੇ 66 ਹੀ ਲਾ ਕੇ ਆਇਆ ਸੀਗਾ। ਮਤਲਬ ਪੰਜਾਬੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਦਾ ਦਰਜਾ ਕਦੋਂ ਮਿਲਿਆ? 1966 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਮਤਲਬ ਕੀ ਆ ਮੀਟਿੰਗ ਜਿਹੜਾ ਮਤਾ ਸੀ ਜਿਹੜਾ ਪਾਸ ਕੀਤਾ ਗਿਆ ਸੀ। 67 ਅਤੇ 66 ਇਹ ਆਪਸ਼ਨਾਂ ਸੀਗੀਆਂ ਮਤਲਬ ਹੈ ਨਾ। ਇਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਡਿਪਾਰਟਮੈਂਟ ਵਾਲਿਆਂ ਨੂੰ, ਠੀਕ ਹੈ, ਵੀ ਕਿਹੜੇ ਕੁਐਸਚਨ ਕਦੋਂ ਪਾਏ ਗਏ ਸੀ। ਇਸ ਕਰਕੇ ਮਤਭੇਦ ਹੀ ਰਹਿੰਦਾ ਵਾ, ਮਤਲਬ ਇਹਨਾਂ ਦਾ ਜਾਂਦਾ ਕੁਛ ਨਹੀਂ, ਅਤੇ ਆਪਣੇ ਵਰਗੇ ਸਟੂਡੈਂਟ ਜਿਹੜੇ ਇੱਕ ਅੱਧੇ ਨੰਬਰ ਪਿੱਛੇ ਕੀ ਆ ਬਹੁਤ ਖੱਜਲ ਖੁਆਰ ਹੁੰਦੇ ਹੈਗੇ ਨੇ। ਇੱਥੇ ਜਿਹੜਾ ਇਹਦੇ ਵਿੱਚ ਇਹਨਾਂ ਨੇ ਆਨਸਰ 1966 ਸਹੀ ਕੀਤਾ ਸੀਗਾ, ਕਿਉਂਕਿ ਜਿਹੜਾ ਮਤਾ ਪਾਸ ਹੋਇਆ ਸੀ 1966 ਦੇ ਵਿੱਚ ਹੋਇਆ ਸੀਗਾ, ਲਾਗੂ 67 'ਚ ਹੋਈ ਸੀਗੀ। ਪ੍ਰਸ਼ਨ ਨੰਬਰ 49 ਊ ਸਵਰ ਹੈ ਪਿਛਲਾ, ਗੋਲ ਅਤੇ ਮੱਧਵਰਤੀ। ਪੰਜਾਬੀ ਭਾਸ਼ਾ ਦਾ ਨਿਰਖਤ ਕੋਸ਼ GS ਰੀਅਲ। ਹਾਂਜੀ, ਸਾਡਾ ਅਗਲਾ ਪ੍ਰਸ਼ਨ 51 ਸ਼ਾਹਮੁਖੀ ਅਤੇ ਗੁਰਮੁਖੀ ਵਿੱਚ ਛਪਣ ਵਾਲਾ ਰਸਾਲਾ ਕਿਹੜਾ ਹੈ? ਮਤਲਬ ਫਾਰਸੀ ਮਤਲਬ ਸਾਂਝ ਮਤਲਬ ਇਹਦਾ ਨਾਮ ਤੋਂ ਹੀ ਸਪਸ਼ਟ ਹੋ ਜਾਂਦਾ। ਸਾਂਝ ਮਤਲਬ ਗੁਰਮੁਖੀ ਲਿਪੀ 'ਚ ਵੀ ਛਪਦਾ ਸੀ, ਅਤੇ ਇਹ ਮਤਲਬ ਕੀ ਆ ਸ਼ਾਹਮੁਖੀ ਪਾਕਿਸਤਾਨੀ ਲਿਪੀ ਫਾਰਸੀ ਲਿਪੀ ਦੇ ਵਿੱਚ ਵੀ ਛਪਦਾ ਸੀਗਾ। ਪ੍ਰਸ਼ਨ ਨੰਬਰ 52 ਕਲਾਸੀਕਲ ਸੰਸਕ੍ਰਿਤ ਦਾ ਸਮਾਂ ਕਿਹੜੇ ਗ੍ਰੰਥ ਤੋਂ ਆਰੰਭ ਹੁੰਦਾ ਹੈ? ਇਹਦੇ ਵਿੱਚ ਇਹਨਾਂ ਨੇ ਮਤਲਬ ਅਸ਼ਟਧਿਆਈ ਸਹੀ ਕੀਤਾ ਸੀਗਾ। ਵੈਸੇ ਗ੍ਰੰਥ ਤਾਂ ਜਿਹੜਾ ਵੇਦ ਵਾ ਮਤਲਬ
ਉਹ ਰਿਗਵੇਦ ਹੈਗਾ ਨਾ। ਇੱਥੇ ਕਾਫੀ ਉਲਝਣ ਜੀ ਸੀਗੀ, ਮਤਲਬ ਕਾਫੀ ਰੌਲਾ ਜਿਹਾ ਪਿਆ ਸੀ ਇਸ ਪ੍ਰਸ਼ਨ ਦਾ। ਤਾਂ ਇਹਨਾਂ ਨੇ ਜਿਹੜਾ ਪ੍ਰਸ਼ਨ ਸੀ ਉਹ ਅਸ਼ਟਧਿਆਈ ਵਿਆਕਰਨ ਤੋਂ ਹੀ ਸ਼ੁਰੂ ਕੀਤਾ ਸੀਗਾ, ਮਤਲਬ ਕਲਾਸੀਕਲ, ਕਿਉਂਕਿ ਅਸ਼ਟਧਿਆਈ ਤੋਂ ਮਤਲਬ ਕੀ ਹੈ, ਇੱਕ ਨਿਰੋਲ ਰੂਪ ਦੇ ਵਿੱਚ ਸੰਸਕ੍ਰਿਤ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਹੋਣ ਦੇ ਵਿੱਚ ਇਹਦੇ ਵਿਆਕਰਨ ਛਪ ਗਿਆ ਸੀਗਾ। ਇਸ ਕਰਕੇ ਪੂਰੀ ਤਰ੍ਹਾਂ ਨਾਲ ਮਤਲਬ ਕੀ ਹੈ ਮਾਨਤਾ ਪ੍ਰਾਪਤ ਵਿਵਸਥਾ ਸਥ ਮਤਲਬ ਜਿਹੜੀ ਸੀਗੀ ਸ਼ੁਰੂ ਹੋ ਗਈ ਸੀ ਸੰਸਕ੍ਰਿਤ। ਪ੍ਰਸ਼ਨ ਨੰਬਰ 53, ਪੰਜਾਬੀ ਸਾਹਿਤ ਇਤਿਹਾਸ ਲਿਖਣ ਦੀ ਮੁੱਖ ਸਮੱਸਿਆ ਕੀ ਹੈ? ਕਾਲ ਵੰਡ ਦਾ ਆਧਾਰ, ਮਤਲਬ ਸਹੀ ਕਾਲ ਵੰਡ ਜਿਹੜੀ ਹੈ ਕਿਵੇਂ ਅਤੇ ਕਦੋਂ ਕੀਤੀ ਜਾ ਸਕੇ, ਹੈ ਨਾ। ਜਿਵੇਂ ਸਾਡੇ ਬਹੁਤੇ ਜਿਹੜੇ ਹੈਗੇ ਨੇ ਬਾਬਾ ਬੁੱਲੇ ਜੀ ਸ਼ਾਹ ਹੈਗੇ ਨੇ ਹਨ, ਉਹਨਾਂ ਦਾ ਜਨਮ ਜਿਹੜਾ ਵਾ ਮਤਲਬ ਕੀ ਆ ਕਿਹੜੀ ਸਦੀ 'ਚ ਹੋਇਆ ਅਤੇ ਉਹ ਮਸ਼ਹੂਰ ਕਿਹੜੀ ਸਦੀ 'ਚ ਹੋਏ ਨੇ, ਠੀਕ ਹੈ। ਇੱਦਾਂ ਦੀਆਂ ਕਾਫੀ ਸਮੱਸਿਆਵਾਂ ਹੈਗੀਆਂ ਨੇ। ਖਾਸ ਤੌਰ 'ਤੇ ਤੁਸੀਂ ਕਿਰਤ ਨੂੰ ਦੇਖ ਲਿਆ ਕਰੋ, ਠੀਕ ਹੈ, ਕਿ ਉਹਦੀ ਕਿਰਤ ਜਿਹੜੀ ਆ ਕਦੋਂ ਮਸ਼ਹੂਰ ਹੁੰਦੀ ਆ, ਤਾਂ ਉਸ ਸਦੀ ਨੂੰ ਹੀ ਅਸੀਂ ਮਤਲਬ ਮੰਨਾਂਗੇ, ਹੈ ਨਾ, ਕਿਉਂਕਿ ਅਸੀਂ ਦੇਖਣਾ ਸਾਹਿਤ ਦੇ ਨਾਲ ਉਹਦਾ ਸੰਬੰਧ ਕਦੋਂ ਤੋਂ ਹੈਗਾ ਵਾ। ਪ੍ਰਸ਼ਨ ਨੰਬਰ 54, ਰਹੱਸਵਾਦ ਕਿਸ 'ਤੇ ਵਿਚਾਰ ਕਰਦਾ ਹੈ? ਅਮੂਰਤ ਸੰਸਾਰ 'ਤੇ। ਅਸੀਂ ਕੱਲ੍ਹ ਵੀ ਗੱਲ ਕੀਤੀ ਸੀਗੀ ਨਿਰਗੁਣ ਬ੍ਰਹਮ ਅਤੇ ਸਰਗੁਣ ਬ੍ਰਹਮ ਦੀ। ਤਾਂ ਮਤਲਬ ਰਹੱਸਵਾਦ ਜਿਹੜਾ ਵਾ ਅਮੂਰਤ ਸੰਸਾਰ ਨਾਲ, ਜਿਹੜਾ ਦਿਸਦਾ ਨਹੀਂ, ਜਿਹੜਾ ਕਿ ਅਲੌਕਿਕ ਹੈਗਾ ਵਾ। ਹਾਂਜੀ, ਅਗਲਾ ਪ੍ਰਸ਼ਨ 55, ਸਨਾਤਨਤੀਵਾਦੀ ਸਹਿਤ ਹਮਾਇਤ ਕਰਦਾ ਹੈ ਵਲਵਲੇ ਅਤੇ ਜਜ਼ਬਿਆਂ ਦੀ। ਮਤਲਬ ਸੁੰਦਰ ਸ਼ਬਦਾਂ ਦੇ ਵਿੱਚ ਹੈ ਨਾ, ਸੁੰਦਰ ਲੋਕਾਂ ਦੇ ਲਈ, ਵਧੀਆ ਲੋਕਾਂ ਦੇ ਲਈ ਲਿਖੇ ਸਾਹਿਤ ਨੂੰ ਮਤਲਬ ਸਨਾਤਨਵਾਦੀ ਕਹਿੰਦੇ ਸੀਗੇ। ਮਤਲਬ ਇਹਦੇ ਵਿਰੋਧ ਦੇ ਵਿੱਚ ਹੀ ਮਤਲਬ ਰੋਮਾਂਸਵਾਦ ਜਾਂ ਕਈ ਆਧੁਨਿਕਤਾਵਾਦ ਉੱਠੇ ਸੀਗੇ। ਅਤੇ ਇਹਦੇ ਵਿੱਚ ਮਤਲਬ ਜਜ਼ਬਿਆਂ ਅਤੇ ਵਲਵਲਿਆਂ ਦੀ ਪਹਿਲ ਨੂੰ ਮਤਲਬ ਕੀ ਆ ਆਧਾਰ ਬਣਾਇਆ ਜਾਂਦਾ ਸੀਗਾ। ਅਸਤਿਤਵਵਾਦ ਦਾ ਸੰਸਥਾਪਕ ਕੌਣ ਸੀਗਾ? ਸਾਰਤਰ। ਇਹ ਲੈਕਚਰਾਰ ਲੈਵਲ 'ਤੇ ਹੀ ਚਲੇ ਜਾਂਦੇ ਨੇ ਪ੍ਰਸ਼ਨ ਜੀ ਸਾਰੇ। 57, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਰਚਨਾ ਨਹੀਂ ਕੀਤੀ। ਕਸੇਲ ਨੇ ਵੀ ਕੀਤੀ ਹੈ ਜੀ, ਮੋਹਨ ਸਿੰਘ ਦੀਵਾਨਾ ਨੇ ਵੀ ਕੀਤੀ ਹੈ, ਅਤੇ ਪਰਮਿੰਦਰ ਸਿੰਘ ਨੇ ਵੀ ਕੀਤੀ ਹੈ ਜੀ। ਪ੍ਰੋਫੈਸਰ ਮੋਹਨ ਸਿੰਘ ਨੇ ਮਤਲਬ ਕੀ ਹੈ ਨਹੀਂ ਰਚਨਾ ਕੀਤੀ ਹੈਗੀ ਇਤਿਹਾਸਕਾਰੀ ਨਾਲ ਸੰਬੰਧਿਤ ਪੰਜਾਬੀ ਸਾਹਿਤ ਨਾਲ। ਸੁਧਾਰੀਕਰਨ ਦਾ ਸੰਬੰਧ ਕਿਸ ਨਾਲ ਹੈ? ਰਚਨਾ ਵਿਚਲੇ ਰਸ ਦੀ ਇਕਸੁਰਤਾ ਦੇ ਨਾਲ। ਜੋ ਰਸ ਹੈਗਾ ਮਤਲਬ ਹੈ ਨਾ, ਤਾਂ ਮਤਲਬ ਜਿਸ ਨੂੰ ਪੜ੍ਹ ਕੇ ਮਤਲਬ ਕਵੀ ਕੀ ਆ ਸੁਹਜ ਸੁਆਜ ਪ੍ਰਾਪਤ ਕਰਦਾ ਵਾ, ਜਾਂ ਮਤਲਬ ਉਸ ਦਾ ਜਿਹੜਾ ਸੰਬੰਧ ਹੈਗਾ ਉਹ ਸੁਧਾਰੀਕਰਨ ਦੇ ਨਾਲ ਹੈਗਾ ਵਾ। ਪ੍ਰਸ਼ਨ ਨੰਬਰ 59 ਜੀ, ਸਾਹਿਤ ਇਤਿਹਾਸ ਹੈ। ਸਾਹਿਤ ਇਤਿਹਾਸ ਇੱਕ ਕਲਾ ਹੈ। ਪ੍ਰਸ਼ਨ ਨੰਬਰ 60, ਸਾਹਿਤ ਦੀ ਸਾਹਿਤਿਕਤਾ ਦਾ ਸਰੂਪ ਨਿਸ਼ਚਿਤ ਕਰਦੀ ਹੈ। ਸਾਹਿਤ ਸਮੀਖਿਆ, ਭਾਵ ਉਹਦੀ ਪੜਚੋਲ ਜਿਹੜੀ ਹੈਗੀ ਆ ਸਾਹਿਤ ਦੀ ਸਾਹਿਤਿਕਤਾ ਦਾ ਸਰੂਪ, ਭਾਵ ਉਹ ਕਿੱਦਾਂ ਦੀ ਹੈਗੀ ਆ, ਕਿਵੇਂ ਦੀ ਹੈਗੀ ਆ, ਹੈ ਨਾ, ਕੀ ਉਹਦਾ ਵਿਸ਼ਾ ਹੈਗਾ ਵਾ, ਤਾਂ ਸਾਹਿਤ ਸਮੀਖਿਆ ਉਸ ਚੀਜ਼ ਨੂੰ ਮਤਲਬ ਕੀ ਆ ਨਿਰਧਾਰਿਤ ਕਰਦੀ ਹੈਗੀ ਆ। ਹਾਂਜੀ, ਸਾਡਾ ਅਗਲਾ ਪ੍ਰਸ਼ਨ ਨੰਬਰ 61 ਜੀ, ਪੰਜਾਬੀ ਸੱਭਿਆਚਾਰ ਪ੍ਰਣਾਮ ਅਤੇ ਪ੍ਰਤਿਮਾਨ ਪੁਸਤਕ ਕਿਸ ਦੀ ਲਿਖੀ ਹੋਈ ਹੈ? ਡਾਕਟਰ ਤੇਜਵੰਤ ਗਿੱਲ ਦੀ। ਇਹਨਾਂ ਦਾ ਜ਼ਿਕਰ ਕਾਫੀ ਥਾਂ 'ਤੇ ਹੋਇਆ ਹੈ, ਇਸ ਨੂੰ ਮਤਲਬ ਬੁੱਕ ਨੂੰ ਯਾਦ ਕਰ ਲਿਓ ਵੀ। 62, ਜੰਗਨਾਮਾ ਕਾਵਿ ਰੂਪ ਵਿੱਚ ਸੁਮੇਲ ਹੈ ਸਾਹਿਤ ਅਤੇ ਇਤਿਹਾਸ ਦਾ। ਇਹ ਵੀ ਇੰਪੋਰਟੈਂਟ ਆ ਜੀ, ਯਾਦ ਰੱਖਿਓ, ਠੀਕ ਹੈ। ਸਾਹਿਤ ਅਤੇ ਇਤਿਹਾਸ ਦੋਨੋਂ ਚੀਜ਼ਾਂ ਹੁੰਦੀਆਂ ਜੰਗ ਦੇ ਵਿੱਚ, ਠੀਕ ਹੈ ਜੀ। ਜੰਗਨਾਮੇ ਦੇ ਜਿਹੜੇ ਪਾਤਰ ਹੁੰਦੇ ਨੇ ਅਸਲ ਵਿੱਚ ਉਹ ਹੱਡ ਮਾਸ ਦੇ ਬਣੇ ਹੋਏ ਕਹਿ ਸਕਦੇ ਆਪਾਂ ਨਾ, ਮਤਲਬ ਕੀ ਆ ਲੌਕਿਕ ਹੁੰਦੇ ਨੇ। ਮਤਲਬ ਜਿਹੜੇ ਜੰਗਨਾਮਾ ਜਿਹੜਾ ਮਤਲਬ ਹੈਗਾ ਇਹਦੇ ਵਿੱਚ ਇਤਿਹਾਸ ਤਰੀਖੀ ਦਾ ਮਤਲਬ ਕਿ ਜੰਗ ਦਾ ਵਰਣਨ ਕਰਨਾ, ਮਤਲਬ ਜੰਗਨਾਮੇ ਦਾ ਮਤਲਬ ਕੀ ਆ ਮੁੱਖ ਵਿਸ਼ੇਸ਼ਤਾ ਜਿਹੜੀ ਆ ਮੰਨੀ ਜਾਂਦੀ ਹੈਗੀ ਆ। ਪ੍ਰਸ਼ਨ ਨੰਬਰ 63, ਵਿਰੋਧ ਵਿਕਾਸ ਤੇ ਸਾਹਿਤ, ਗੁਰਬਖਸ਼ ਸਿੰਘ ਫਰੈਂਕ ਦੀ ਰਚਨਾ ਹੈਗੀ ਆ। ਪ੍ਰਸ਼ਨ ਨੰਬਰ 64, ਪੰਜਾਬੀ ਸਾਹਿਤ ਦੀ ਮੁੱਢਲੀ ਇਤਿਹਾਸਕਾਰੀ ਜਿਹੜੀ ਸੀ ਪ੍ਰਸ਼ੰਸਾਵਾਦੀ ਸੀਗੀ। ਜਦੋਂ ਕੋਈ ਵੀ ਇਤਿਹਾਸ ਲਿਖਿਆ ਜਾਂਦਾ ਨਾ, ਮਤਲਬ ਕੋਈ ਵੀ ਬੰਦਾ ਮਤਲਬ ਕਿਸੇ ਸੰਪਰਦਾ ਨੂੰ ਜਾਂ ਮਤਲਬ ਮੰਨਦਾ ਹੈਗਾ ਤਾਂ ਉਹਦੇ ਪ੍ਰਤੀ ਸ਼ਰਧਾ ਹੀ ਰੱਖਦਾ ਹੈਗਾ, ਹੈ ਨਾ। ਇਸ ਕਰਕੇ ਜਿਹੜੀ ਮੁੱਢਲੀ ਮਤਲਬ ਆਲੋਚਨਾ ਜਿਹੜੀ ਬਾਅਦ 'ਚ ਜਨਮ ਲੈਂਦੀ ਹੈਗੀ ਹੈ ਨਾ, ਤਰਕ ਜਿਹੜਾ ਬਾਅਦ 'ਚ ਜਨਮ ਲੈਂਦਾ ਹੈਗਾ ਵਾ, ਤਾਂ ਜਿਹੜੀ ਮੁੱਢਲੀ ਇਤਿਹਾਸਕਾਰੀ ਹੋਈ ਸੀ ਉਹ ਪ੍ਰਸ਼ੰਸਾਵਾਦੀ ਹੀ ਗਿਣੀ ਗਈ ਸੀਗੀ। ਪ੍ਰਸ਼ਨ ਨੰਬਰ 65, ਕਿਸੇ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਨ ਲਈ ਕਿਹੜਾ ਜਾਦੂ ਵਰਤਿਆ ਜਾਂਦਾ ਸੀ? ਕਾਲਾ ਜਾਦੂ। ਪ੍ਰਸ਼ਨ ਨੰਬਰ 66 ਜੀ, ਬਾਹਰ ਵਧਾਉਣ ਦੀ ਰਸਮ ਦਾ ਸੰਬੰਧ ਹੈ ਜਨਮ ਦੇ ਨਾਲ। ਯੂਨਿਸ ਮਿਥ ਕਥਾ ਹੈ। ਯੂਨਿਸ ਮਿਥ ਕਥਾ ਕਿਹੜੀ ਹੈ ਜੀ? ਇਹ ਇਸਲਾਮ ਦੇ ਨਾਲ ਹੈਗੀ ਹੈ। ਮੈਂ ਯਹੂਦੀ ਲਾ ਕੇ ਆਇਆ ਸੀ, ਇਹਦੇ ਬਾਰੇ ਪੜ੍ਹਿਆ ਨਹੀਂ ਸੀ ਕਦੇ। ਮਤਲਬ ਜਿਹੜੀ ਯੂਨਿਸ ਦੀ ਮਿਥ ਕਥਾ ਵਾ ਇਹ ਇਸਲਾਮ ਦੇ ਨਾਲ ਹੀ ਸੰਬੰਧ ਰੱਖਦੀ ਹੈ। 2 ਪ੍ਰਸ਼ਨ ਹੋ ਗਏ, ਠੀਕ ਹੈ ਜੀ। ਯੂਨਿਸ ਮਿਥ ਕਥਾ ਵਾ ਸੰਬੰਧ ਇਸਲਾਮ ਦੇ ਨਾਲ ਰੱਖਦੀ ਹੈਗੀ ਹੈ। ਚੌਂਕ ਫੁੱਲ ਗਹਿਣਾ, ਠੀਕ ਹੈ ਜੀ, ਇਹਨੂੰ ਪੜ੍ਹਨ ਆਪਾਂ ਨੂੰ ਪਤਾ ਹੀ ਹੈ ਵੀ ਚੌਂਕ ਫੁੱਲ ਇੱਕ ਗਹਿਣਾ ਹੈਗਾ ਵਾ। ਪਹੁੰਚੀ ਗਹਿਣਾ ਜਿਹੜਾ ਵਾ ਮਤਲਬ ਕੀ ਹੈ ਗੁੱਟ ਦਾ ਗਹਿਣਾ ਹੈਗਾ। ਪਹੁੰਚੀ ਮਤਲਬ ਆਮ ਤੌਰ 'ਤੇ ਪੈਰ ਦੀ ਮੂਹਰੀ ਨੂੰ ਪਹੁੰਚੀ ਸ਼ਬਦ ਵਰਤ ਲਿਆ ਜਾਂਦਾ ਵਾ, ਤਾਂ ਮੈਂ ਇਹ ਗਲਤ ਕਰਿਆ ਸੀ ਉਦੋਂ, ਸੋਚ ਪਕੇਰੀ ਨਹੀਂ ਸੀ ਕਹਿ ਸਕਦੇ ਹਾਂ। ਪਹੁੰਚੀ ਤੋਂ ਅੰਦਾਜ਼ਾ ਲਾ ਲਿਆ ਸੀ ਵੀ ਹੋ ਸਕਦਾ ਪੈਰ ਦਾ ਹੋਵੇ। ਅਸਲ ਜਿਹੜਾ ਪਹੁੰਚੀ ਗਹਿਣਾ ਵਾ ਇਹ ਕੀ ਆ ਗੁੱਟ ਦਾ ਗਹਿਣਾ ਹੈਗਾ ਵਾ। ਪੀਲ ਪਲਾਂਗਣ ਖੇਡ ਦਾ ਸੰਬੰਧ ਹੈ ਬੱਚਿਆਂ ਨਾਲ, ਬਜ਼ੁਰਗਾਂ ਨਾਲ, ਕੁੜੀਆਂ ਨਾਲ, ਅੱਲੜ ਵਰੇਸ ਦੇ ਮੁੰਡਿਆਂ ਨਾਲ। ਪੀਲ ਪਲਾਂਗਣ ਦਾ ਸੰਬੰਧ ਜਿਹੜਾ ਹੈਗਾ ਵਾ ਅੱਲੜ ਵਰੇਸ ਦੇ ਮੁੰਡਿਆਂ ਨਾਲ ਹੈ, ਜਿਸ ਨੂੰ ਫਿਰ ਡੰਡਾ ਡੁੱਕ ਵੀ ਕਹਿ ਦਿੱਤਾ ਜਾਂਦਾ ਹੈ ਨਾ, ਮਤਲਬ ਕੀ ਆ।
ਪ੍ਰਸ਼ਨ ਨੰਬਰ ਸਾਡਾ ਜੀ 71 ਸੱਭਿਆਚਾਰ ਦੇ 4 ਅਧਿਆਏ ਪੁਸਤਕ ਦਾ ਅਨੁਵਾਦਕ ਕੌਣ ਹੈ? ਧਨਵੰਤ ਕੌਰ ਅਤੇ ਇੰਦਰਜੀਤ ਕੌਰ। ਸੱਭਿਆਚਾਰ ਦੇ 4 ਅਧਿਆਏ ਪੁਸਤਕ ਜਿਹੜੀ ਅਨੁਵਾਦ ਕੀਤੀ ਹੈ ਧਨਵੰਤ ਕੌਰ ਅਤੇ ਇੰਦਰਜੀਤ ਕੌਰ। ਜੈਮਲ ਅਤੇ ਫਤਿਹ ਕੀ ਹੈ? ਇਹ ਇੱਕ ਲੋਕ ਗਾਥਾ ਹੈ, ਵੀਰ ਲੋਕ ਗਾਥਾ ਵੀ ਜੈਮਲ ਅਤੇ ਫਤਿਹ। ਠੀਕ ਹੈ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 73 ਮੋਰਫੋਲੋਜੀ ਆਫ ਫੋਕ ਟੇਲਸ ਦਾ ਮਤਲਬ ਰਾਈਟਰ ਕੌਣ ਹੈਗਾ ਵਾ? ਵਲਾਦੀਮੀਰ ਪ੍ਰੋਪ। ਜਿਹੜਾ ਪ੍ਰਸ਼ਨ ਹੈਗਾ ਵਾ ਇਹ 2021 ਜਿਹੜਾ ਪੇਪਰ ਹੋਇਆ ਸੀ ਲੈਕਚਰਾਰ 'ਚ ਬੈਕਲੌਗ ਦਾ, ਉਹਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਵਾ। ਸੱਭਿਆਚਾਰ ਦਾ ਮੂਲ ਸੋਮਾ ਨਹੀਂ ਹੈ। ਭਾਸ਼ਾ ਅਤੇ ਸਾਹਿਤ, ਧਰਮ, ਇਤਿਹਾਸ, ਮਨੋਵਿਗਿਆਨ। ਮਨੋਵਿਗਿਆਨ ਜਿਹੜਾ ਹੈਗਾ ਵਾ ਸੱਭਿਆਚਾਰ ਦਾ ਮੂਲ ਜਿਹੜਾ ਵਾ ਸੋਮਾ ਨਹੀਂ ਹੈ। ਪ੍ਰਸ਼ਨ ਨੰਬਰ 75 ਜੀ ਲੋਕ ਸਾਜ਼ਾਂ ਦਾ ਸਹੀ ਜੁੱਟ ਕਿਹੜਾ ਹੈ? ਆਪਸ਼ਨ ਏ ਢੋਲ, ਘੜਾ, ਅਲਗੋਜੇ ਅਤੇ ਬੰਜਲੀ। ਇਹ ਲੋਕ ਸਾਜ਼ਾਂ ਦਾ ਸਹੀ ਜੁੱਟ ਜਿਹੜਾ ਵਾ ਹੈਗਾ ਵਾ। ਹਾਂਜੀ ਸਾਡਾ ਅਗਲਾ ਪ੍ਰਸ਼ਨ ਜੀ 76 ਲੌਂਗ ਬੁਰਜੀਆਂ ਵਾਲਾ ਲੋਕ ਗੀਤ ਬੜੇ ਥਾਂ ਤੁਸੀਂ ਪੜ੍ਹ ਲਿਆ ਹੋਣਾ, ਡਾਕਟਰ ਨਾਰ ਸਿੰਘ ਜੀ। ਠੀਕ ਹੈ ਜੀ। ਜੱਟੀ ਹੱਟੀ ਤੇ ਸ਼ਰਾਬਣ ਹੋਈ, ਜੱਟੀ ਹੱਟੀ ਤੇ ਸ਼ਰਾਬਣ ਹੋਈ ਸੱਪ ਰੰਗੀ ਛੀਂਟ ਵਰਗੀ। ਛੀਂਟ ਦਾ ਕੀ ਅਰਥ ਹੈਗਾ ਵਾ? ਕੱਪੜਾ। ਠੀਕ ਹੈ ਜੀ। ਜਿਨ੍ਹਾਂ ਨੇ ਪੁਰਾਣੇ ਗਾਣੇ ਗੂਣੇ ਸੁਣੇ ਹੋਏ ਨੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਣਾ ਵਾ। ਛੀਂਟ ਜਿਹੜਾ ਵਾ ਕੱਪੜੇ ਦੇ ਲਈ ਵਰਤਿਆ ਗਿਆ ਵਾ। ਛੀਂਟ ਦਾ ਕੱਪੜਾ ਮਤਲਬ ਕਿ ਮਸ਼ਹੂਰ ਹੁੰਦਾ ਸੀਗਾ। 78 ਹੈਦਰ ਸ਼ੇਖ ਦਾ ਮੇਲਾ ਮਸ਼ਹੂਰ ਹੈ ਮਲੇਰਕੋਟਲੇ ਵਿੱਚ। ਪੀਰ ਨਿਗਾਹਾਂ ਮੇਲਾ ਹੈਦਰ ਸ਼ੇਖ ਦਾ ਮੇਲਾ ਜਿਹੜਾ ਮਲੇਰਕੋਟਲੇ ਵਿੱਚ ਹੀ ਲੱਗਦਾ ਹੈਗਾ ਵਾ। ਸੁੰਦਰਾ ਨਾਟਕ ਕਿਸ ਦਾ ਲਿਖਿਆ ਹੋਇਆ ਹੈ? ਮਹਿੰਦਰ ਕੌਰ ਗਿੱਲ ਦਾ। ਮਨਜੀਤ ਪਾਲ ਕੌਰ ਦਾ ਲਿਖਿਆ ਹੋਇਆ ਇਹ ਨਾਟਕ। ਅੱਗੇ ਜੀ ਪ੍ਰਸ਼ਨ ਨੰਬਰ 80 ਗੁਰੂ ਅਰਜਨ ਬਾਣੀ ਵਿੱਚ ਲੋਕ ਤੱਤ ਪੁਸਤਕ ਸੁਹਿੰਦਰ ਸਿੰਘ ਬਣਜਾਰਾ ਵੇਦੀ ਜੀ ਦੀ ਰਚਨਾ ਹੈਗੀ ਹੈ। ਅੱਗੇ ਪ੍ਰਸ਼ਨ ਨੰਬਰ 81 ਜੀ ਲੋਕ ਧਾਰਾ ਲਈ ਲੋਕ ਪਰੰਪਰਾ ਸ਼ਬਦ ਕਿਸ ਨੇ ਵਰਤਿਆ? ਡਾਕਟਰ ਹਰਭਜਨ ਸਿੰਘ ਨੇ। ਅੱਗੇ ਜੀ ਪ੍ਰਸ਼ਨ ਨੰਬਰ 82 ਗੋਲ ਚਮਕਦਾਰ ਸ਼ੀਸ਼ਿਆਂ ਦੇ ਟੁਕੜਿਆਂ ਦੀ ਵਰਤੋਂ ਨਾਲ ਬਣਾਈ ਗਈ ਫੁਲਕਾਰੀ ਭਾਵ ਸਮਾਸ ਦੇ ਵਿੱਚ ਜਿਹੜੇ ਨੇ ਸ਼ੀਸ਼ਿਆਂ ਦੀ ਜਿਹੜੀ ਮਤਲਬ ਕੀ ਆ ਮਹੱਤਤਾ ਵਾ, ਭਾਵ ਸ਼ੀਸ਼ੇ ਜਿਹੜੇ ਨੇ ਲਗਾਏ ਜਾਂਦੇ ਨੇ। ਪ੍ਰਸ਼ਨ ਨੰਬਰ 83 ਲਹਿੰਦਾ ਪੰਜਾਬ ਦੇ ਸੰਦਲਬਾਰ ਦੇ ਇਲਾਕੇ ਵਿੱਚ ਮਰਦਾਂ ਦਾ ਮੁੱਖ ਲੋਕ ਨਾਚ ਕਿਹੜਾ ਹੈ? ਝੂਮਰ। ਠੀਕ ਹੈ ਜੀ। ਬਾਬਿਆਂ ਦਾ ਗਿੱਧਾ ਜਿਹੜਾ ਮਾਲਵੇ ਦੇ ਵਿੱਚ ਹੈਗਾ, ਸੰਮੀ ਔਰਤਾਂ ਦਾ ਲੋਕ ਨਾਚ ਹੈਗਾ, ਭੰਗੜਾ ਜਿਹੜਾ ਹੈਗਾ ਵਾ ਮਰਦਾਂ ਦਾ ਲੋਕ ਨਾਚ ਹੈਗਾ ਵਾ। ਵੈਸੇ ਜਿਹੜਾ ਮਤਲਬ ਕਿ ਝੂਮਰ ਜਿਹੜਾ ਲਹਿੰਦੇ ਪੰਜਾਬ ਦੀ ਗੱਲ ਹੋਈ ਹੈ ਤੇ ਇੱਥੇ ਝੂਮਰ ਜਿਹੜਾ ਵਾ ਆਪਸ਼ਨ ਸਹੀ ਕੀਤਾ ਸੀ ਇਹਨਾਂ ਨੇ। ਪ੍ਰਸ਼ਨ ਨੰਬਰ 84 ਕਾਲ ਕਰਮ ਸਹੀ ਕਰਨਾ ਸੀਗਾ ਜੀ। ਪਹਿਲਾਂ ਸ਼ਾਹ ਹੁਸੈਨ, ਫਿਰ ਸੁਲਤਾਨ ਬਾਹੂ, ਫਿਰ ਬੁੱਲੇ ਸ਼ਾਹ ਅਤੇ ਫਿਰ ਅਲੀ ਹੈਦਰ। ਠੀਕ ਹੈ ਜੀ। ਇਹ ਤੁਹਾਨੂੰ ਜਨਮ ਦੇ ਆਧਾਰ 'ਤੇ ਵੈਸੇ ਸ਼ਾਹ ਹੁਸੈਨ ਜਿਹੜੇ ਸੀ 15ਵੀਂ ਸਦੀ 1539 'ਚ ਜਨਮ ਹੋਇਆ ਸੀ ਇਹਨਾਂ ਦਾ। 1631 ਤੋਂ ਲੈ ਕੇ 91 ਤੱਕ ਸੀਗੇ। ਬੁੱਲੇ ਸ਼ਾਹ ਜੀ ਸੀਗੇ 1680 ਤੋਂ ਲੈ ਕੇ। ਅਲੀ ਹੈਦਰ ਜਿਹੜੇ ਸੀਗੇ 19ਵੀਂ ਸਦੀ ਦੇ ਸੀਗੇ। ਠੀਕ ਹੈ ਜੀ। ਇੱਕ ਅੱਧਾ ਪ੍ਰਸ਼ਨ ਇੱਦਾਂ ਦਾ ਆ ਹੀ ਜਾਂਦਾ ਹੁੰਦਾ, ਥੋੜ੍ਹਾ ਜਿਹਾ ਇਹਨਾਂ ਨੂੰ ਧਿਆਨ ਨਾਲ। ਇਹਨਾਂ ਦੇ ਵਿੱਚ ਪਤਾ ਕੀ ਹੁੰਦਾ ਵਾ ਜਦੋਂ ਇਹ ਇੱਦਾਂ ਦੇ ਪ੍ਰਸ਼ਨ ਹੁੰਦੇ ਆ ਤਾਂ ਇਹਨਾਂ ਦੇ ਨਾਲ ਜੇ ਮੰਨ ਲਓ ਆਪਾਂ ਨੂੰ 4 ਕਵੀ ਨੇ ਤਾਂ ਨਾਲ ਦੇ 4 ਕਵੀ ਹੋਰ ਕਰਨੇ, ਮਤਲਬ ਉਹਨਾਂ ਦੇ ਵਰਤ ਬਾਰੇ ਪਤਾ ਹੋਣਾ ਚਾਹੀਦਾ, ਫਿਰ ਅਸੀਂ ਇਹ ਕਾਲ ਕਰਮ ਜਿਹੜਾ ਉਹ ਸਹੀ ਕਰ ਸਕਦੇ ਹਾਂ। ਹਾਂਜੀ ਅੱਗੇ ਪ੍ਰਸ਼ਨ ਹੈਗਾ ਜੀ ਸਾਡਾ ਨੀ ਤੈਨੂੰ ਰੱਬ ਨਾ ਭੁੱਲੀ ਦੁਆ ਫਕੀਰਾਂ ਦੀ ਇਹ ਰੱਬ ਨਾ ਭੁੱਲੀ ਹੋਰ ਸਭ ਭੁੱਲੀ ਰੱਬ ਨਾ ਭੁੱਲ ਜਿਹਾ। ਇਹ ਜਿਹੜੀਆਂ ਸਤਰਾਂ ਹੈਗੀਆਂ ਨੇ ਇਹ ਸ਼ਾਹ ਹੁਸੈਨ ਦੀਆਂ ਸਤਰਾਂ ਸੀਗੀਆਂ। ਸੂਫੀ ਮਤ ਵਿੱਚ ਤੌਹੀਦ ਤੋਂ ਕੀ ਭਾਵ ਹੈ? ਤੌਹੀਦ ਤੋਂ ਭਾਵ ਰੱਬ ਦੇ ਨਾਲ ਏਕਤਾ, ਭਾਵ ਰੱਬ ਦੇ ਨਾਲ ਇੱਕਮਿਕ ਹੋਣਾ। ਮੂਰਖ ਲੋਕ ਸਦਾ ਸੁੱਖ ਸੌਂਦੇ ਰੋਜ਼ ਕਮਾਵਣ ਪੈਸਾ। ਇਹ ਹਾਸ਼ਮ ਦੀ ਰਚਨਾ ਹੈਗੀ ਆ ਜੀ। ਹਾਸ਼ਮ ਦੇ ਜਿਹੜੇ ਦੋੜੇ ਹੈਗੇ ਨੇ। ਠੀਕ ਹੈ ਜੀ। ਹਾਸ਼ਮ ਦੇ ਦੋੜਿਆਂ 'ਤੇ ਇੱਕ ਵਾਰੀ ਨਜ਼ਰ ਜ਼ਰੂਰ ਮਾਰ ਲਿਓ। +2 ਦੀ ਲੈਕਟ ਪੰਜਾਬੀ ਦੀ ਬੱਚੇ ਦੇ ਬੁੱਕ ਦੇ ਵਿੱਚ ਮਤਲਬ ਕਾਫੀ ਸਿਲੇਬਸ ਹੈਗਾ ਲੈਕਟ, ਉਹਨੂੰ ਧਿਆਨ ਦੇ ਨਾਲ ਪੜ੍ਹ ਲਿਓ। ਠੀਕ ਹੈ ਜੀ। ਮੂਰਖ ਲੋਕ ਸਦਾ ਸੁੱਖ ਸੌਂਦੇ ਰੋਜ਼ ਕਮਾਵਣ ਪੈਸਾ। ਹਾਸ਼ਮ ਦੇ ਨਾ 1-2 ਜਿਹੜੇ ਦੋੜੇ ਹੈਗੇ ਨੇ ਮਤਲਬ ਕਿ ਵਜ਼ੀਰ ਜੀ ਦੇ ਸਲੂਕਾਂ ਨਾਲ ਮੇਲ ਖਾਂਦੇ ਆ, ਮਤਲਬ ਉਹਨਾਂ ਦਾ ਪਤਾ ਨਹੀਂ ਲੱਗਦਾ ਗਾ। ਅਗਲਾ 88 ਪ੍ਰਸ਼ਨ ਜੀ ਮਹਿੰਡਾ ਜ਼ਿਕਰ ਵੀ ਤੂੰ, ਮਹਿੰਡਾ ਫਿਕਰ ਵੀ ਤੂੰ, ਮਹਿੰਡਾ ਸ਼ੌਂਕ ਵੀ ਤੂੰ, ਵਜਦਾਨ ਵੀ ਤੂੰ। ਇਹ ਗੁਲਾਮ ਫਰੀਦ ਦੀ ਰਚਨਾ ਹੈਗੀ ਹੈ। ਮਹਿੰਡਾ ਜਿਹੜਾ ਸ਼ਬਦ ਹੈਗਾ ਮੁਲਤਾਨੀ ਹੈਗਾ ਵਾ, ਅਤੇ ਜਿਹੜਾ ਮੁਲਤਾਨੀ ਦਾ ਪ੍ਰਭਾਵ ਕਿਹਨਾਂ 'ਤੇ ਸੀਗਾ? ਬਾਬਾ ਫਰੀਦ ਜੀ 'ਤੇ ਸੀਗਾ ਅਤੇ ਗੁਲਾਮ ਫਰੀਦ ਜੀ 'ਤੇ ਜ਼ਿਆਦਾ ਸੀਗਾ। ਤਾਂ ਮੈਂ ਇੱਥੋਂ ਇਹ ਲਾ ਲਿਆ ਸੀਗਾ ਮਹਿੰਡਾ ਜਿਹੜਾ ਸ਼ਬਦ ਹੈ ਗੁਲਾਮ ਫਰੀਦ ਦੀ ਹੀ ਰਚਨਾ ਹੋ ਸਕਦੀ ਹੈ ਨਾ। ਠੀਕ ਹੈ ਜੀ। ਧੰਨਵਾਦ ਜੀ। ਨੈਕਸਟ ਸੀਰੀਜ਼ ਵੀ ਤਿਆਰ ਕਰਾਂਗੇ ਅਤੇ ਹੋ ਸਕਿਓ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਧੰਨਵਾਦ ਜੀ ਸਾਰਿਆਂ ਦਾ।